Master showered his grace when he initiated you. Now your duty is to practice concentration and go up. Then love will come automatically. Please stay with us for excerpts from Baba Sawan Singh Ji's Letters, Part 2 of 2. Today's program will be presented in Punjabi with subtitles in Arabic, Aulacese, also known as Vietnamese, Chinese, English, French, German, Hindi, Hungarian, Indonesian, Japanese, Korean, Mongolian, Persian, Polish, Portuguese, Punjabi, Russian, Spanish and Thai। ਉਦਾਰਚਿਤ ਦਰਸ਼ਕੋ, ਮੇਰਾ ਨਾਮ ਹੈ ਅਬਿਤਸਾ। ਤੁਹਾਨੂੰ ਲਿਆ ਰਹੀ ਹਾਂ ਸਭ ਤੋਂ ਨਿਆ ਸਵਾਗਤ ਚੰਡੀਗੜ੍ਹ ਭਾਰਤ ਤੋਂ। ਦੋਸਤਾਨੇ ਲੋਕ ਭਾਰਤ ਦੇ ਤੁਹਾਡੇ ਲਈ ਕਾਮਨਾ ਕਰਦੇ ਹਨ ਇੱਕ ਖੁਸ਼ਹਾਲ ਅਤੇ ਫਲੀਭੂਤ ਰੂਹਾਨੀ ਸਫ਼ਰ ਦੀ ਇਸ ਗ੍ਰਹਿ ਉੱਤੇ। ਅੱਜ ਚੋਣਾਂ ਹਜ਼ੂਰ ਬਾਬਾ ਸਾਵਨ ਸਿੰਘ ਜੀ ਦੀਆਂ ਚਿੱਠੀਆਂ ਵਿੱਚੋਂ 2 ਹਿੱਸਿਆਂ ਦਾ ਦੂਸਰਾ ਭਾਗ ਅਸੀਂ ਪੇਸ਼ ਕਰਨ ਜਾ ਰਹੇ ਹਾਂ। ਸੰਤਮਈ ਸਿੱਖਿਆਵਾਂ ਹਜ਼ੂਰ ਬਾਬਾ ਸਾਵਨ ਸਿੰਘ ਜੀ ਦੀਆਂ। ਹਜ਼ੂਰ ਬਾਬਾ ਸਾਵਨ ਸਿੰਘ ਜੀ, ਜਿਨ੍ਹਾਂ ਨੂੰ ਜਾਣਿਆ ਜਾਂਦਾ ਹੈ ਮਹਾਨ ਸਤਿਗੁਰੂ ਵਜੋਂ ਵੀ, ਇੱਕ ਭਾਰਤੀ ਸੰਤ ਸਨ ਅਤੇ ਗਿਆਨਵਾਨ ਸਤਿਗੁਰੂ। ਉਹ ਦੂਸਰੇ ਸਤਿਗੁਰੂ ਸਨ ਰਾਧਾ ਸਵਾਮੀ ਸਤਸੰਗ ਬਿਆਸ RSSB ਦੇ 1903 ਤੋਂ ਲੈ ਕੇ 1948 ਤੱਕ। ਰਾਧਾ ਸਵਾਮੀ ਸਤਸੰਗ ਬਿਆਸ RSSB ਜੋ ਸਥਾਪਿਤ ਕੀਤਾ ਗਿਆ ਭਾਰਤ ਵਿੱਚ 1891 ਵਿੱਚ ਇੱਕ ਦਾਰਸ਼ਨਿਕ ਸੰਸਥਾ ਹੈ। ਰੂਹਾਨੀ ਸਿੱਖਿਆਵਾਂ ਉੱਤੇ ਆਧਾਰਿਤ, ਸਾਰੇ ਧਰਮਾਂ ਦੀਆਂ ਸਮਰਪਿਤ ਹੈ। ਇੱਕ ਅੰਦਰੂਨੀ ਵਿਕਾਸ ਦੀ ਪ੍ਰਕਿਰਿਆ ਪ੍ਰਤੀ ਇੱਕ ਰੂਹਾਨੀ ਅਧਿਆਪਕ ਦੀ ਰਹਿਨੁਮਾਈ ਹੇਠ ਰਾਧਾ ਸਵਾਮੀ ਇੱਕ ਹਿੰਦੀ ਸ਼ਬਦ ਹੈ ਜਿਸ ਦਾ ਭਾਵ ਹੈ ਮਾਲਕ ਆਤਮਾ ਦਾ ਅੰਗਰੇਜ਼ੀ ਵਿੱਚ। ਸਤਸੰਗ ਦਾ ਭਾਵ ਹੈ ਸੱਚ ਦੇ ਨਾਲ ਸੰਬੰਧ ਅਤੇ ਇੱਕ ਸਮੂਹ ਨੂੰ ਦਰਸਾਉਂਦਾ ਹੈ ਜੋ ਸੱਚ ਦੀ ਖੋਜ ਕਰਦਾ ਹੈ। ਫਿਲਾਸਫੀ ਸਿਖਾਉਂਦੀ ਹੈ ਇੱਕ ਨਿੱਜੀ ਮਾਰਗ ਰੂਹਾਨੀ ਵਿਕਾਸ ਦਾ, ਜਿਸ ਵਿੱਚ ਸ਼ਾਮਲ ਹੈ ਇੱਕ ਸ਼ਾਕਾਹਾਰੀ ਆਹਾਰ, ਪਰਹੇਜ਼ ਨਸ਼ੀਲੇ ਪਦਾਰਥਾਂ ਤੋਂ, ਇੱਕ ਨੈਤਿਕ ਜੀਵਨ ਸ਼ੈਲੀ ਅਤੇ ਰੋਜ਼ਾਨਾ ਸਾਧਨਾ ਅਭਿਆਸ। ਉੱਥੇ ਨਹੀਂ ਹਨ ਕੋਈ ਰਸਮਾਂ, ਧਾਰਮਿਕ ਰੀਤਾਂ, ਸ਼੍ਰੇਣੀਆਂ ਜਾਂ ਲਾਜ਼ਮੀ ਚੰਦੇ, ਨਾ ਹੀ ਉੱਥੇ ਲਾਜ਼ਮੀ ਇਕੱਠ ਹਨ। ਮੈਂਬਰਾਂ ਨੂੰ ਨਹੀਂ ਲੋੜ ਆਪਣੀ ਸੱਭਿਆਚਾਰਕ ਪਛਾਣ ਨੂੰ ਜਾਂ ਧਾਰਮਿਕ ਪਸੰਦ ਨੂੰ ਛੱਡਣ ਦੀ ਇਸ ਮਾਰਗ ਉੱਤੇ ਚੱਲਣ ਲਈ। ਅੱਜ ਅਸੀਂ ਪੇਸ਼ ਕਰਨ ਜਾ ਰਹੇ ਹਾਂ ਤੁਹਾਨੂੰ ਚੋਣਾਂ ਹਜ਼ੂਰ ਬਾਬਾ ਸਾਵਨ ਸਿੰਘ ਜੀ ਦੀਆਂ ਚਿੱਠੀਆਂ ਵਿੱਚੋਂ। ਰੂਹਾਨੀ ਪ੍ਰਗਤੀ ਮੁੱਖ ਤੌਰ 'ਤੇ ਨਿਰਭਰ ਕਰਦੀ ਹੈ ਮਨ ਦੀ ਸਿਖਲਾਈ ਉੱਤੇ। ਸਤਿਗੁਰੂਆਂ ਦਾ ਮਾਰਗ ਇੱਕ ਲੰਬਾ ਹੈ ਅਤੇ ਇਹਨੂੰ ਲੱਗਦਾ ਹੈ ਸਮਾਂ ਮਨ ਨੂੰ ਢਾਲਣ ਲਈ, ਅੰਦਰ ਤੋਂ ਖਿੱਚਣ ਲਈ, ਖਿੰਡੇ ਪੁੰਡੇ ਧਿਆਨ ਨੂੰ ਅੱਖ ਦੇ ਕੇਂਦਰ ਵਿੱਚ। ਇਸ ਲਈ ਲੋੜ ਹੈ ਧੀਰਜ, ਪੱਕੀ ਦ੍ਰਿੜਤਾ ਅਤੇ ਵਿਸ਼ਵਾਸ ਦੀ। ਵਿਦਵਾਨੀ ਬੇਸਬਰੇ ਹੋ ਜਾਂਦੇ ਹਨ ਜਦੋਂ ਉਹ ਆਪਣੇ ਆਪ ਨੂੰ ਬੇਵਸ ਪਾਉਂਦੇ ਹਨ ਆਪਣੇ ਮਨ ਨੂੰ ਕਾਬੂ ਕਰਨ ਵਿੱਚ। ਉਹ ਸ਼ੱਕ ਕਰਨਾ ਸ਼ੁਰੂ ਕਰਦੇ ਹਨ ਇਸ ਦਿੱਤੀ ਗਈ ਵਿਧੀ ਦੀ ਕਾਬਲੀਅਤ ਉੱਤੇ। ਉਹ ਚਾਹੁੰਦੇ ਹਨ ਜਲਦੀ ਵਾਲੇ ਨਤੀਜੇ, ਬਹੁਤ ਘੱਟ ਜਾਣਦੇ ਹੋਏ ਕਿ ਮਨ ਇੱਕ ਸ਼ਕਤੀ ਹੈ ਜਿਹੜੀ ਸੰਸਾਰ ਨੂੰ ਚਲਾਉਂਦੀ ਹੈ ਅਤੇ ਸੰਸਾਰ ਨੱਚਦਾ ਹੈ ਇਹਦੀ ਤਰਜ਼ ਉੱਤੇ। ਇਹ ਪ੍ਰਗਟ ਕਰਦਾ ਹੈ ਆਪਣੇ ਆਪ ਨੂੰ ਕਾਮ, ਕ੍ਰੋਧ, ਲਾਲਚ, ਮੋਹ ਅਤੇ ਹੰਕਾਰ ਵਿੱਚ ਦੀ, ਅਤੇ ਕੌਣ ਮੁਕਤ ਹੈ ਉਹਨਾਂ ਤੋਂ। ਕੋਸ਼ਿਸ਼ ਕਰਨੀ ਮਨ ਨੂੰ ਅੱਖ ਦੇ ਕੇਂਦਰ ਵਿੱਚ ਇਕਾਕਾਰ ਕਰਨ ਲਈ। ਇਸ ਦੇ ਨਾਲ
ਇੱਕ ਝਗੜਾ ਸ਼ੁਰੂ ਕਰਨਾ ਹੈ ਅਤੇ ਇਹ ਇੱਕ ਜੀਵਨ ਭਰ ਦੀ ਸੰਘਰਸ਼ ਹੈ। ਜੇਕਰ ਸਫਲ ਹੋ ਜਾਈਏ ਇਸ ਸੰਘਰਸ਼ ਵਿੱਚ, ਇਨਾਮ ਸਦੀਵੀ ਆਨੰਦ ਹੈ। ਫਿਰ ਉੱਥੇ ਹੋਰ ਨਹੀਂ ਜਨਮਾਂ ਅਤੇ ਮੌਤਾਂ ਦੇ ਚੱਕਰ ਉੱਤੇ ਪਾਉਣਾ ਪੈਂਦਾ। ਸ਼ੁਰੂ ਵਿੱਚ ਉੱਥੇ ਇੱਕ ਸਖਤ ਸੰਘਰਸ਼ ਹੁੰਦਾ ਹੈ ਧਿਆਨ ਨੂੰ ਲਿਆਉਣ ਲਈ ਅੱਖ ਦੇ ਕੇਂਦਰ ਵਿੱਚ, ਅਤੇ ਇਹ ਸ਼ਾਇਦ ਇੱਕ ਕੰਮ ਹੋਵੇ ਕਈ ਸਾਲਾਂ ਦਾ ਕਈਆਂ ਲਈ। ਜਦੋਂ ਕਿ ਕਈਆਂ ਮਾਮਲਿਆਂ ਵਿੱਚ ਜਾਣਿਆ ਗਿਆ ਇੱਕੋ ਵਾਰ ਹੀ ਪ੍ਰਵੇਸ਼ ਕਰ ਲੈਂਦੇ ਹਨ, ਪਰੰਤੂ ਜਦੋਂ ਆਦਤ ਇਕਾਗਰਤਾ ਟੀਚੇ ਉੱਤੇ ਪਹੁੰਚਣ ਦੀ ਪ੍ਰਾਪਤ ਕੀਤੀ ਜਾਵੇ, ਅੰਦਰੂਨੀ ਸੰਸਾਰ ਦੀਆਂ ਝਲਕਾਂ ਇਸ ਅਧਿਐਨ ਨੂੰ ਦਿਲਚਸਪ ਬਣਾਉਂਦੀਆਂ ਹਨ। ਕੋਈ ਅਹੁਦੀ ਨਹੀਂ ਨਿਯਤ ਕੀਤੀ ਜਾ ਸਕਦੀ ਕਿ ਕਦੋਂ ਧਿਆਨ ਕਿਸੇ ਵੀ ਵਿਅਕਤੀ ਦਾ ਸ਼ੁਰੂ ਕਰੇਗਾ ਸਥਿਰ ਰਹਿਣਾ ਟੀਚੇ ਉੱਤੇ। ਇਹ ਨਿਰਭਰ ਕਰਦਾ ਹੈ ਤਾਂਘ ਉੱਤੇ, ਵਿਸ਼ਵਾਸ, ਦ੍ਰਿੜਤਾ ਅਤੇ ਉਹਨਾਂ ਦੇ ਅਤੀਤ ਦੇ ਰਿਕਾਰਡ ਉੱਤੇ। ਇਹ ਸੰਤਮਤ ਇੱਕ ਉਦਾਰ ਪ੍ਰਣਾਲੀ ਹੈ ਅਤੇ ਨਹੀਂ ਕੁਚਲਦੀ ਰਾਈ ਨੂੰ ਜਾਂ ਹੋਰ ਪਾਉਂਦੀ ਅੰਧ ਵਿਸ਼ਵਾਸ ਉੱਤੇ। ਸ਼ੁਰੂ ਵਿੱਚ ਇਹ ਮੰਗ ਕਰਦੀ ਹੈ ਕਿ ਤੁਸੀਂ ਸਵੀਕਾਰ ਕਰੋ ਕੁਝ ਬੁਨਿਆਦੀ ਧਾਰਨਾਵਾਂ ਨੂੰ ਕੇਵਲ ਇੱਕ ਨਿਰਾਧਾਰ ਅਨੁਮਾਨ ਕਾਰਨ ਵਜੋਂ। ਤੁਹਾਨੂੰ ਨਹੀਂ ਭੁੱਲਣਾ ਚਾਹੀਦਾ ਕਿਵੇਂ ਵੀ ਸੂਖਮ ਵਿਸ਼ੇਸ਼ਤਾ ਵਸਤ ਦੀ, ਜਿਸ ਨੂੰ ਪੂਰੀ ਤਰ੍ਹਾਂ ਵਿਚਾਰ ਕੀਤਾ ਜਾ ਸਕੇ ਜਾਂ ਸਮਝਿਆ ਜਾ ਸਕੇ ਕੇਵਲ ਦਿਮਾਗੀ ਵਿਚਾਰ ਨਾਲ। ਇਹ ਸਿੱਝਦਾ ਹੈ ਸਦੀਵੀ ਸੱਚਾਈਆਂ ਨਾਲ ਜੋ ਪਰੇ ਹਨ ਮਨ ਦੀ ਅਤੇ ਬੁੱਧੀ ਦੀ ਪਹੁੰਚ ਤੋਂ, ਅਤੇ ਇਸ ਕਰਕੇ ਨਹੀਂ ਚੰਗੀ ਤਰ੍ਹਾਂ ਅਨੁਭਵ ਕੀਤਾ ਜਾ ਸਕਦਾ। ਕੇਵਲ ਜਦੋਂ ਵਿਦਿਆਰਥੀ ਦਾਖਲ ਹੁੰਦਾ ਹੈ ਅਤੇ ਕੁਝ ਪ੍ਰਾਪਤ ਕਰਦਾ ਹੈ, ਕੁਝ ਪਿਛੋਕੜ ਨਿੱਜੀ ਰੂਹਾਨੀ ਅਨੁਭਵਾਂ ਤੋਂ, ਅਸੀਂ ਨਹੀਂ ਮਜਬੂਰ ਕਰਦੇ ਦ੍ਰਿੜ ਵਿਸ਼ਵਾਸ ਕਿਸੇ ਉੱਤੇ। ਅਸੀਂ ਪਸੰਦ ਕਰਦੇ ਹਾਂ ਕਿ ਵਿਸ਼ਵਾਸ ਵਧੇ ਫੁੱਲੇ ਅੰਦਰੋਂ ਇੱਕ ਵਿਅਕਤੀ ਦੇ ਆਪਣੇ ਨਿੱਜੀ ਅਨੁਭਵ ਦੇ ਨਤੀਜੇ ਕਰਕੇ। ਉਹ ਜੋ ਸ਼ਾਇਦ ਇੱਕ ਅਸਲੀ ਤੱਥ ਹੋਵੇ ਇੱਕ ਆਦਮੀ ਲਈ, ਜ਼ਰੂਰੀ ਨਹੀਂ ਇੱਕ ਤੱਥ ਹੋਵੇ ਕਿਸੇ ਹੋਰ ਲਈ, ਅਤੇ ਇਹ ਨਹੀਂ ਬਣਾਇਆ ਜਾ ਸਕਦਾ ਇੱਕ ਸੱਚ ਉਹਦੇ ਲਈ ਜਦੋਂ ਤੱਕ ਉਹ ਨਹੀਂ ਹਾਸਲ ਕਰਦਾ ਇੱਕ ਸਮਾਨ ਅਨੁਭਵ। ਹਕੀਕਤਾਂ ਸੰਤਮਤ ਦੀਆਂ ਦੁਬਾਰਾ ਉਤਪੰਨ ਕੀਤੀਆਂ ਜਾ ਸਕਦੀਆਂ ਹਨ ਜਿਵੇਂ ਤੱਥ ਹਨ ਕਿਸੇ ਵੀ ਵਿਗਿਆਨ ਦੇ, ਅਤੇ ਇਹ ਸਾਬਤ ਕੀਤੇ ਜਾ ਸਕਦੇ ਹਨ ਕਿਸੇ ਵੀ ਸੰਤਮਤ ਪ੍ਰਯੋਗਸ਼ਾਲਾ ਵਿੱਚ। ਪ੍ਰਯੋਗਸ਼ਾਲਾ ਸੰਤਮਤ ਦੀ ਇਨਸਾਨ ਦੇ ਅੰਦਰ ਹੈ, ਕੋਈ ਵੀ ਪ੍ਰਵੇਸ਼ ਕਰ ਸਕਦਾ ਹੈ। ਇਸ ਪ੍ਰਯੋਗਸ਼ਾਲਾ ਵਿੱਚ ਲਿਆ ਸਕਦਾ ਹੈ ਆਪਣੇ ਖਿੰਡੇ ਪੁੰਡੇ ਹੋਏ ਧਿਆਨ ਨੂੰ ਆਪਣੇ ਅੰਦਰੇ ਅੱਖ ਦੇ ਕੇਂਦਰ ਵਿੱਚ ਦੇਖ ਸਕਦਾ, ਮਹਿਸੂਸ ਕਰ ਸਕਦਾ ਅਤੇ ਅਨੁਭਵ ਕਰ ਸਕਦਾ ਹੈ ਜੋ ਸੰਤ ਕਹਿੰਦੇ ਹਨ, ਅਤੇ ਉਹ ਦੁਹਰਾ ਸਕਦਾ ਹੈ ਅਨੁਭਵ ਅਕਸਰ ਜਿਵੇਂ ਉਹ ਚਾਹੇ। ਸੰਤਮਤ ਕੇਵਲ ਤੱਥਾਂ ਦੇ ਨਾਲ ਸੰਬੰਧ ਰੱਖਦਾ ਹੈ, ਨਾ ਕਿ ਵਿਚਾਰਾਂ, ਸਿਧਾਂਤਾਂ ਨਾਲ ਜਾਂ ਵਿਸ਼ਵਾਸਾਂ ਨਾਲ। ਇਹ ਨੀਂਹ ਸਥਾਪਿਤ ਕਰਦਾ ਹੈ ਇੱਕ ਵਿਹਾਰਕ ਪ੍ਰਕਿਰਿਆ ਦੀ ਆਪਣੇ ਸ਼ਰਧਾਲੂਆਂ ਲਈ। ਇਹ ਵਿਹਾਰਕ ਹੈ ਪੂਰਨ ਤੌਰ ਤੇ, ਅਤੇ ਇਹਨੂੰ ਅਮਲ ਕੀਤਾ ਜਾ ਸਕਦਾ ਹੈ ਜਵਾਨਾਂ ਅਤੇ ਬਜ਼ੁਰਗਾਂ ਵੱਲੋਂ, ਮਰਦ ਜਾਂ ਔਰਤਾਂ ਵੱਲੋਂ, ਸਿਆਣੇ ਜਾਂ ਸਿੱਧੇ ਪੱਧਰੀਆਂ ਵੱਲੋਂ, ਜਦੋਂ ਕਿ ਸਮਾਨ ਸਮੇਂ ਉਹ ਆਨੰਦ ਮਾਣਦੇ ਹਨ ਪੂਰਨ ਤੌਰ ਤੇ ਆਪਣੇ ਗ੍ਰਸਤੀ ਜੀਵਨ ਦਾ। ਰੂਹਾਨੀਅਤ ਹਕੀਕਤ ਹੈ ਜਦੋਂ ਕੋਈ ਇਹਨੂੰ ਅਨੁਭਵ ਕਰਦਾ ਹੈ, ਅਤੇ ਕਲਪਿਤ ਹੈ ਜਦੋਂ ਤੱਕ ਉਹਨੇ ਇਸ ਨੂੰ ਅਨੁਭਵ ਨਾ ਕੀਤਾ ਹੋਵੇ। ਇਨਸਾਨ ਦੇ ਪਾਸ ਸਮਰੱਥਾ ਹੈ ਅਨੁਭਵ ਕਰਨ ਲਈ, ਕਿਉਂਕਿ ਇਨਸਾਨ ਇੱਕ ਸੁਮੇਲ ਹੈ ਰੂਹ, ਮਨ ਅਤੇ ਤੱਤਾਂ ਦਾ। ਪਹਿਲੇ ਰੂਹ, ਦੂਸਰਾ ਮਨ, ਤੀਸਰਾ ਤੱਤ। ਦੇਹਧਾਰੀ ਸਤਿਗੁਰੂ ਬਹੁਤ ਦੁਰਲਭ ਹਨ। ਉਹ ਉੱਤਮ ਪ੍ਰਾਣੀ ਹਨ ਅਤੇ ਉਹਨਾਂ ਨੇ ਪੂਰਨ ਤੌਰ ਤੇ
ਆਪਣੀਆਂ ਗੁਪਤ ਸ਼ਕਤੀਆਂ ਨੂੰ ਵਿਕਸਿਤ ਕਰ ਲਿਆ ਹੈ। ਉਹਨਾਂ ਦਾ ਧਿਆਨ ਸਾਡੇ ਨਾਲੋਂ ਭਿੰਨ ਸੀਮਤ ਨਹੀਂ ਹੈ। ਭੌਤਿਕ ਪੱਧਰ ਤੱਕ ਮਰਜ਼ੀ ਨਾਲ ਉਹਨਾਂ ਦਾ ਧਿਆਨ ਦਾਖਲ ਹੋ ਸਕਦਾ ਹੈ ਤਾਰੀਖ, ਮਾਨਸਿਕ ਅਤੇ ਰੂਹਾਨੀ ਮੰਡਲਾਂ ਵਿੱਚ, ਅਤੇ ਕੰਮ ਕਰ ਸਕਦਾ ਹੈ ਉਹਨਾਂ ਮੰਡਲਾਂ ਵਿੱਚ। ਸਤਿਗੁਰੂ ਕੇਵਲ ਇੱਕ ਸਰੀਰ ਨਹੀਂ ਹਨ, ਉਹ ਸ਼ਕਤੀ ਹਨ ਜਿਹੜੀ ਰਹਿਨੁਮਾਈ ਕਰਦੀ ਹੈ ਅਤੇ ਸਾਡੀ ਸਹਾਇਤਾ ਕਰਦੀ ਹੈ ਹਰ ਇੱਕ ਪੜਾਅ ਉੱਤੇ ਅਤੇ ਹਰ ਇੱਕ ਖੇਤਰ ਵਿੱਚ ਸਾਡੇ ਅੰਦਰੂਨੀ ਰੂਹਾਨੀ ਸਫ਼ਰ ਦੌਰਾਨ। ਜਦੋਂ ਅਸੀਂ ਭੌਤਿਕ ਸਰੀਰ ਵਿੱਚ ਹੁੰਦੇ ਹਾਂ, ਉਹ ਸਾਨੂੰ ਨਿਰਦੇਸ਼ ਕਰਦੇ ਹਨ ਆਪਣੇ ਭੌਤਿਕ ਆਕਾਰ ਰਾਹੀਂ, ਅਤੇ ਜਿਉਂ-ਜਿਉਂ ਅਸੀਂ ਅੱਗੇ ਵੱਧਦੇ ਹਾਂ, ਉਹ ਹਰ ਇੱਕ ਖੇਤਰ ਦਾ ਆਕਾਰ ਧਾਰਨ ਕਰਦੇ ਹਨ। ਸਾਰੇ ਰਾਹ ਉੱਪਰ ਸੱਚਖੰਡ ਤੱਕ ਸਭ ਤੋਂ ਉੱਚਾ ਰੂਹਾਨੀ ਖੇਤਰ। ਸਤਿਗੁਰੂ ਨਹੀਂ ਕੋਈ ਉਮੀਦ ਰੱਖਦੇ ਕੋਈ ਉਹਨਾਂ ਦੀ ਪੂਜਾ ਕਰੇ। ਇੱਕ ਲੜਕਾ ਪੜ੍ਹਦਾ ਹੋਇਆ ਪ੍ਰਾਇਮਰੀ ਕਲਾਸਾਂ ਵਿੱਚ ਨਹੀਂ ਪਰਖ ਸਕਦਾ ਸਫਲਤਾਵਾਂ ਇੱਕ BA ਜਾਂ MA ਦੀਆਂ। ਸਤਿਗੁਰੂ ਕੇਵਲ ਚਾਹੁੰਦੇ ਹਨ ਤੁਸੀਂ ਉਹਨਾਂ ਨੂੰ ਦੇਖੋ ਆਪਣੇ ਵੱਡੇ ਭਰਾ ਜਾਂ ਦੋਸਤ ਵਜੋਂ। ਉਹਨਾਂ ਦੇ ਨਿਰਦੇਸ਼ਨ ਦਾ ਅਨੁਸਰਣ ਕਰੋ, ਉਵੇਂ ਜਿਵੇਂ ਇੱਕ ਉਪਕਾਰੀ ਦੇ, ਅਤੇ ਸਖਤ ਮਿਹਨਤ ਕਰੋ ਪ੍ਰਵੇਸ਼ ਕਰਨ ਲਈ ਉਚੇਰੇ ਪੱਧਰਾਂ ਵਿੱਚ ਆਪਣੇ ਅੰਦਰ। ਜਦੋਂ ਤੁਸੀਂ ਜਾਓਗੇ ਉੱਥੇ ਤੁਸੀਂ ਆਪਣੇ ਆਪ ਦੇਖੋਗੇ ਰੁਤਬਾ ਅਤੇ ਗੌਰਵ ਸਤਿਗੁਰੂ ਦਾ ਉਹਨਾਂ ਖੇਤਰਾਂ ਵਿੱਚ। ਇੱਕ ਸਤਿਗੁਰੂ ਨੂੰ ਮਿਲਣਾ ਇਸ ਜ਼ਿੰਦਗੀ ਵਿੱਚ ਕੁਝ ਚੀਜ਼ ਅਨੋਖੀ ਹੈ। ਇੱਕ ਸਤਿਗੁਰੂ ਦੇ ਦਰਸ਼ਨ ਕਰਨ ਤੋਂ ਬਾਅਦ ਉੱਥੇ ਵਾਪਸ ਕਦੇ ਨਹੀਂ ਆਉਣਾ ਪੈਂਦਾ। ਜਨਮ ਮਰਨ ਦੇ ਚੱਕਰ ਵਿੱਚ ਇੱਕ ਸਤਿਗੁਰੂ ਨੂੰ ਮਿਲਣਾ ਇਸ ਜ਼ਿੰਦਗੀ ਦੌਰਾਨ ਦਾਖਲਾ ਹੈ ਸਦੀਵੀ ਜ਼ਿੰਦਗੀ ਦੇ ਮਾਰਗ ਉੱਤੇ। ਸੱਚਮੁੱਚ ਵਡਭਾਗੀ ਹਨ ਉਹ ਜਿਹੜੇ ਸਬਬ ਨਾਲ ਇੱਕ ਸਤਿਗੁਰੂ ਨੂੰ ਮਿਲਦੇ ਹਨ, ਜੋੜੇ ਗਏ ਹਨ ਉਹਨਾਂ ਰਾਹੀਂ ਆਵਾਜ਼ ਧੁਨ ਦੇ ਨਾਲ, ਅਤੇ ਅਭਿਆਸ ਕਰ ਰਹੇ ਹਨ ਆਵਾਜ਼ ਧੁਨ ਦਾ। ਇੱਕ ਸਤਿਗੁਰੂ ਦਾ ਅਨੁਸਰਣ ਕਰਨ ਦਾ ਭਾਵ ਹੈ ਸ਼ਬਦ ਦਾ ਅਭਿਆਸ ਕਰਨਾ, ਆਵਾਜ਼ ਧੁਨ ਨੂੰ ਪਕੜਨਾ ਅੱਖ ਦੇ ਕੇਂਦਰ ਤੋਂ, ਅਤੇ ਉਸ ਦੇ ਉੱਤੇ ਸਵਾਰ ਹੋ ਕੇ ਚੱਲਣਾ। ਕੇਵਲ ਇੱਕ ਜਿੰਦਾ ਸਤਿਗੁਰੂ ਹੀ ਸਾਨੂੰ ਸ਼ਬਦ ਦੀ ਦਾਤ ਬਖਸ਼ ਸਕਦੇ ਹਨ। ਅਸੀਂ ਨਾ ਇਹ ਹਾਸਲ ਕਰ ਸਕਦੇ ਹਾਂ ਕਿਤਾਬਾਂ ਤੋਂ, ਨਾ ਹੀ ਸਤਿਗੁਰੂਆਂ ਤੋਂ ਜਿਹੜੇ ਹੁਣ ਜਿੰਦਾ ਨਹੀਂ ਹਨ। ਇਸ ਸਿੱਧੇ ਸਰਲ ਮੰਤਵ ਕਾਰਨ ਕਿ ਸ਼ਬਦ ਕਿਤਾਬਾਂ ਵਿੱਚ ਮੌਜੂਦ ਨਹੀਂ ਹੈ, ਨਾ ਹੀ ਉਹਨਾਂ ਕਿਤਾਬਾਂ ਦੀ ਸਹਾਇਤਾ ਨਾਲ ਅਸੀਂ ਇਹ ਪਕੜ ਸਕਦੇ ਹਾਂ ਆਪਣੇ ਅੰਦਰ ਤੋਂ, ਅਤੇ ਅਸੀਂ ਨਹੀਂ ਜਾਣਦੇ ਕਿਵੇਂ ਸੰਪਰਕ ਕਰਨਾ ਹੈ ਉਹਨਾਂ ਸਤਿਗੁਰੂਆਂ ਨਾਲ। ਸਿੱਖਿਆ ਜਿੰਦਾ ਜਾਂ ਸੁਰਗਵਾਸ ਸਤਿਗੁਰੂਆਂ ਦੀ ਜਦੋਂ ਉਹ ਜਿੰਦਾ ਸਨ ਹੈ ਅਤੇ ਸੀ ਸ਼ਬਦ, ਅਤੇ ਜੇਕਰ ਸ਼ਬਦ ਨਾਲ ਸੰਪਰਕ ਨਾ ਕੀਤਾ ਜਾਵੇ ਇੱਕ ਮਨੁੱਖੀ ਆਕਾਰ ਵਿੱਚ ਵਿਅਕਤੀ ਦਾ ਜੀਵਨ ਫਲਹੀਣ ਹੈ। ਜਿਉਣੀ ਇੱਕ ਚੰਗੀ ਨੈਤਿਕ ਜ਼ਿੰਦਗੀ, ਦਾਨ ਪੁੰਨ ਕਰਨੇ ਅਤੇ ਸੇਵਾ ਕਰਨੀ ਮਾਨਵਤਾ ਪ੍ਰਤੀ, ਅਤੇ ਅਜਿਹੀਆਂ ਹੋਰ ਚੀਜ਼ਾਂ, ਜਾਂ ਇਹ ਅਸਲੀ ਸਿੱਖਿਆ ਨਹੀਂ ਹੈ ਸਤਿਗੁਰੂਆਂ ਦੀ। ਇਹ ਦਾਇਰੇ ਵਿੱਚ ਹੈ ਨੈਤਿਕਤਾਵਾਦੀਆਂ ਦੇ, ਸਮਾਜਕ ਸੁਧਾਰਕਾਂ ਦੇ, ਪ੍ਰਚਾਰਕਾਂ ਦੇ ਅਤੇ ਸਕੂਲ ਮਾਸਟਰਾਂ ਦੇ। ਇਹ ਸਹੀ ਹੈ ਕਿ ਕੇਵਲ ਇੱਕ ਜਿੰਦਾ ਸਤਿਗੁਰੂ ਹੀ ਸਿੱਖਿਆ ਪ੍ਰਦਾਨ ਕਰ ਸਕਦੇ ਹਨ, ਅਤੇ ਨਤੀਜੇ ਵਜੋਂ ਮੁਕਤੀ ਗੈਰ ਸਿੱਖਿਅਕਾਂ ਲਈ। ਅਤੇ ਇਸੇ ਕਰਕੇ ਇਹ ਸ਼ਾਇਦ ਕਿਹਾ ਜਾ ਸਕਦਾ ਹੈ ਕਿ ਇੱਕ ਸਤਿਗੁਰੂ ਮੁਕਤੀ ਦਿੰਦੇ ਹਨ ਕੇਵਲ ਜਦੋਂ ਜਿੰਦਾ ਹੋਣ। ਅਸੀਂ ਲਗਾਤਾਰ ਘਿਰੇ ਹੋਏ ਹਾਂ 5 ਦੁਸ਼ਮਣਾਂ ਰਾਹੀਂ: ਕਾਮ, ਕ੍ਰੋਧ, ਲਾਲਚ, ਸੰਸਾਰੀ ਮੋਹ ਮਾਇਆ ਅਤੇ ਅਭਿਮਾਨ ਨਾਲ। ਇਹਨਾਂ ਸਾਰਿਆਂ ਦਾ ਜ਼ਰੂਰੀ ਹੈ ਹਾਕਮ ਬਣਨਾ, ਕਾਬੂ ਹੇਠ ਲਿਆਉਣਾ। ਤੁਸੀਂ ਕਦੇ ਵੀ ਨਹੀਂ ਉਹ ਕਰ ਸਕਦੇ ਪੂਰੀ ਤਰ੍ਹਾਂ ਜਦੋਂ ਤੱਕ ਤੁਹਾਡੇ ਪਾਸ ਸਤਿਗੁਰੂ ਦੀ ਸਹਾਇਤਾ ਨਾ ਹੋਵੇ ਅਤੇ ਸ਼ਾਂਤਮਈ ਸੰਬੰਧ ਨਾ ਹੋਣ ਆਵਾਜ਼ ਧੁਨ ਦੇ ਨਾਲ। ਪਰੰਤੂ ਤੁਸੀਂ ਹੁਣੇ ਸ਼ੁਰੂ ਕਰ ਸਕਦੇ ਹੋ
ਅਤੇ ਹਰ ਇੱਕ ਯਤਨ ਇੱਕ ਕਦਮ ਹੋਵੇਗਾ ਮਾਰਗ ਉੱਤੇ। ਆਵਾਜ਼ ਧੁਨ ਅਤੇ ਸਤਿਗੁਰੂ ਤੁਹਾਡੇ ਅੰਦਰ ਹੀ ਹਨ। ਤੁਹਾਨੂੰ ਹੋਰ ਕਿਸੇ ਦੇ ਸਾਥ ਦੀ ਨਹੀਂ ਲੋੜ। ਜਿਤਨਾ ਜ਼ਿਆਦਾ ਇਕਾਂਤ ਇਕਲਾਪਨ ਉਤਨਾ ਬਿਹਤਰ। ਉੱਥੇ ਹੋਰ ਕੋਈ ਬਿਹਤਰ ਨਸੀਬ ਨਹੀਂ ਇਕਾਂਤ ਨਾਲੋਂ। ਇਕਾਂਤ ਵਧੀਆ ਹੈ ਰੂਹਾਨੀ ਪ੍ਰਗਤੀ ਲਈ। ਸਮਾਜਕ ਵਿਵਹਾਰ ਵਿਅਕਤੀ ਦਾ ਸਮਾਂ ਫਜ਼ੂਲ ਕਰਨ ਤੋਂ ਇਲਾਵਾ ਵਿਅਕਤੀ ਦੇ ਮਨ ਨੂੰ ਉਚਾਟ ਕਰਦਾ ਹੈ, ਜੋ ਇਸ ਕਰਕੇ ਮੁਸ਼ਕਲ ਹੋ ਜਾਂਦਾ ਹੈ ਧਿਆਨ ਨੂੰ ਇਕਾਗਰ ਕਰਨਾ। ਇੱਕ ਇਨਸਾਨ ਜਿਹੜਾ ਜਦੋਂ ਜਿਉਂਦਾ ਹੋਵੇ ਇਸ ਸੰਸਾਰ ਵਿੱਚ ਅਤੇ ਇਹਦਾ ਕੰਮ ਕਰਦਾ, ਆਪਣੇ ਮਨ ਨੂੰ ਇਹਦੇ ਤੋਂ ਆਜ਼ਾਦ ਰੱਖਦਾ ਹੈ, ਕਿਹਾ ਜਾ ਸਕਦਾ ਹੈ ਉਹਨੇ ਸੰਸਾਰ ਨੂੰ ਤਿਆਗ ਦਿੱਤਾ ਹੈ। ਅਤੇ ਜਿਹੜਾ ਵਿਅਕਤੀ ਜਿਉਂਦਾ ਹੋਵੇ ਇਕਾਂਤ ਵਿੱਚ, ਉਸ ਦਾ ਮਨ ਭਰਿਆ ਹੋਵੇ ਸੰਸਾਰੀ ਖੁਆਇਸ਼ਾਂ ਨਾਲ, ਉਸ ਨੂੰ ਕਿਹਾ ਜਾਣਾ ਚਾਹੀਦਾ ਹੈ ਸੰਸਾਰੀ ਆਦਮੀ। ਮੈਨੂੰ ਇਹ ਜ਼ਰੂਰੀ ਹੈ ਟਿੱਪਣੀ ਕਰਨੀ ਕਿ ਜਾਨਵਰਾਂ ਤੋਂ ਭੋਜਨ, ਇੱਥੋਂ ਤੱਕ ਜੇਕਰ ਇੱਕ ਕਣ ਵੀ ਖਾਧਾ ਜਾਵੇ, ਹਾਨੀਕਾਰਕ ਹੈ ਰੂਹਾਨੀ ਉੱਨਤੀ ਲਈ। ਮਾਂਸ, ਅੰਡੇ ਅਤੇ ਨਸ਼ੀਲੀਆਂ ਪੀਣ ਵਾਲੀਆਂ ਵਸਤਾਂ ਨੂੰ ਜ਼ਰੂਰੀ ਹੈ ਤਿਆਗਣਾ ਅਭਿਆਸੀ ਵੱਲੋਂ। ਇਹ ਆਹਾਰ ਦੀਆਂ ਵਸਤੂਆਂ ਆਤਮਾ ਨੂੰ ਸੁਸਤ ਕਰਦੀਆਂ ਹਨ। ਬਾਹਰਲਾ ਪਿਆਰ ਵੀ ਬੁਰਾ ਨਹੀਂ ਹੈ, ਪਰੰਤੂ ਅਸਲੀ ਪਿਆਰ ਅਤੇ ਸ਼ਰਧਾ ਪ੍ਰਗਟ ਕੀਤਾ ਜਾ ਸਕਦਾ ਹੈ ਕੇਵਲ ਉਦੋਂ ਜਦੋਂ ਤੁਸੀਂ ਉੱਠਦੇ ਹੋ ਉੱਪਰ ਸਰੀਰ ਦੇ 9 ਦਰਵਾਜ਼ਿਆਂ ਤੋਂ। ਮਿੱਠੀਆਂ ਚੀਜ਼ਾਂ ਖਾਣੀਆਂ ਭਿੰਨ ਹਨ ਬਸ ਉਹਨਾਂ ਬਾਰੇ ਗੱਲਾਂ ਕਰਨ ਨਾਲੋਂ, ਪਰੰਤੂ ਇੱਥੋਂ ਤੱਕ ਮਿੱਠੀਆਂ ਚੀਜ਼ਾਂ ਦੀਆਂ ਗੱਲਾਂ ਵੀ ਦਿਲਚਸਪ ਹਨ ਜਦੋਂ ਤੱਕ ਉੱਥੇ ਮੌਜੂਦ ਹੋਣ ਕੋਈ ਵੀ ਸੰਸਾਰੀ ਮੋਹ ਲਗਾਵ ਖਿੱਚ। ਇਹ ਫਜ਼ੂਲ ਹੈ। ਜੇਕਰ ਤੁਸੀਂ ਚਾਹੁੰਦੇ ਹੋ ਪਿਆਰ ਅਤੇ ਮਿਹਰ, ਫਿਰ ਵਰਤੋਂ ਕਰੋ ਆਪਣੀ ਸਾਰੀ ਊਰਜਾ ਦੀ ਉੱਪਰ ਉੱਠਣ ਲਈ। ਅਜਿਹੇ ਲੋਕ ਨਾ ਮੌਜੂਦ ਨਹੀਂ ਹਨ, ਪਰੰਤੂ ਉੱਥੇ ਵਿਰਲੇ ਹੀ ਹਨ। ਸਤਿਗੁਰੂ ਵਰਸਾਉਂਦੇ ਹਨ ਆਪਣੀ ਮਿਹਰ ਜਦੋਂ ਉਹ ਤੁਹਾਨੂੰ ਦਿਖਿਆ ਦਿੰਦੇ ਹਨ। ਹੁਣ ਤੁਹਾਡਾ ਫਰਜ਼ ਹੈ ਅਭਿਆਸ ਕਰਨਾ, ਧਿਆਨ ਇਕਾਗਰ ਕਰਨ ਲਈ ਅਤੇ ਉੱਪਰ ਉੱਠਣਾ। ਫਿਰ ਪਿਆਰ ਆਵੇਗਾ ਸਵੈ ਚਲਤ ਹੀ। ਜਦੋਂ ਤੁਹਾਡਾ ਪਿਆਰ ਉਸ ਸ਼ਕਤੀ ਲਈ ਅੱਗੇ ਵੱਧ ਜਾਵੇ, ਆਪਣੇ ਖੁਦ ਦੇ ਲਈ ਪਿਆਰ ਨਾਲੋਂ, ਅਤੇ ਮੈਨੂੰ ਬਦਲਾਇਆ ਜਾਵੇ ਤੂੰ ਹੀ ਤੂੰ ਰਾਹੀਂ। ਸਤਿਗੁਰੂ ਦਾ ਆਕਾਰ ਆਪਣਾ ਪ੍ਰਗਟਾਵਾ ਕਰਦਾ ਹੈ ਪ੍ਰਤੱਖ ਤੌਰ 'ਤੇ ਅੰਦਰ। ਤੁਹਾਡੀ ਅਸਮਰਥਾ ਧਿਆਨ ਨੂੰ ਚੰਗੀ ਤਰ੍ਹਾਂ ਕੇਂਦਰਿਤ ਕਰਨ ਦੀ ਤੁਹਾਡੀਆਂ ਸੰਸਾਰੀ ਖੁਆਇਸ਼ਾਂ ਦੇ ਕਰਕੇ ਹੈ, ਜਿਨ੍ਹਾਂ ਨੂੰ ਜ਼ਰੂਰੀ ਹੈ ਲਿਆਉਣਾ ਕਾਬੂ ਹੇਠ। ਜਦੋਂ ਤੱਕ ਤੁਸੀਂ ਅਪੜ ਨਹੀਂ ਜਾਂਦੇ ਉਸ ਟੀਚੇ ਉੱਤੇ, ਜਦੋਂ ਪਿਆਰ ਪ੍ਰਭੂ ਪਰਮਾਤਮਾ ਦਾ ਬਣ ਜਾਂਦਾ ਹੈ, ਇੱਕ ਸਾਰੀ ਹੀ ਖਪਤ ਕਰਨ ਵਾਲੀ ਰੁਚੀ, ਅਤੇ ਤੁਸੀਂ ਇਹਨੂੰ ਸਮਝਦੇ ਹੋ ਇਹ ਸਭ ਕੁਝ ਹੈ। ਕੇਵਲ ਇਹੀ ਹੈ ਆਧਾਰ ਤੁਹਾਡੇ ਜੀਵਨ ਦਾ। ਚਮਕਦੇ ਦਰਸ਼ਕੋ, ਇਹ ਇੱਕ ਸੁਭਾਗ ਹੈ ਤੁਸੀਂ ਆਪਣਾ ਸਾਥ ਦਿੱਤਾ ਹੈ ਅੱਜ ਸਾਡੇ ਨਾਲ। ਚੋਣਾਂ ਹਜ਼ੂਰ ਬਾਬਾ ਸਾਵੰਤ ਸਿੰਘ ਜੀ ਦੀਆਂ ਚਿੱਠੀਆਂ ਵਿੱਚੋਂ 2 ਹਿੱਸਿਆਂ ਦਾ ਦੂਸਰਾ ਭਾਗ, ਗਿਆਨ ਭਰਪੂਰ ਸ਼ਬਦਾਂ ਉੱਤੇ। ਅੱਗੇ ਆ ਰਿਹਾ ਹੈ ਪਾਰ ਕਰਦੀਆਂ ਸੀਮਾਵਾਂ, ਮਾਈਕਰੋਚਿਪ ਫੈਬਰੀਕੇਸ਼ਨ ਦੀਆਂ ਐਕਸਟ੍ਰੀਮ UV ਲਿਥੋਗ੍ਰਾਫੀ 2 ਹਿੱਸਿਆਂ ਦਾ ਪਹਿਲਾ ਭਾਗ। ਹੁਣੇ ਧਿਆਨਯੋਗ ਖਬਰਾਂ ਤੋਂ ਬਾਅਦ ਕਿਰਪਾ ਕਰਕੇ ਬਣੇ ਰਹੋ ਹੋਰ ਵਧੇਰੇ ਗਿਆਨ ਭਰਪੂਰ ਪ੍ਰੋਗਰਾਮਾਂ ਲਈ ਇੱਥੇ ਹੀ ਸੁਪਰੀਮ ਮਾਸਟਰ ਟੈਲੀਵਿਜ਼ਨ ਉੱਤੇ। ਸਤਿਗੁਰੂ ਜੀ ਤੁਹਾਡੀ ਰਹਿਨੁਮਾਈ ਕਰਨ ਹਰ ਇੱਕ ਪਲ ਵਿੱਚ ਤੁਹਾਡੀ ਜ਼ਿੰਦਗੀ ਦੇ। Brilliant viewers, it's been a pleasure to have you with us today for excerpts from Baba Sawan Singh Ji's letters, part 2 of 2 on words of wisdom. Coming up next is Transcending the Limits of Microchip Fabrication
Extreme UV Lithography, Part 1 of 2, right after Noteworthy News. Please stay tuned to more enlightening programs here on Supreme Master Television. May the Satguru guide you at every moment of your life. For more details, please visit suprememastertv.com/WOW.